ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਲੋਕ ਨੰਬਰ 5ਵੇਂ ਦੇ ਅੰਦਰ ਜੋ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਨੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਜਦੋਂ ਦਾ ਇਸ ਸੰਸਾਰ ਦੇ ਵਿੱਚ ਮਨੁੱਖ ਆਇਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਸ ਸੰਸਾਰ ਦੇ ਵਿੱਚ ਆਇਆ ਸੀ ਤੇ ਸਿਰਫ ਇਸ ਦਾ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੇ ਆਹਾਰ ਅਗਨ ਮੈਂ ਰੱਖੈ। ਆਹਾਰ ਜਾਨੀ ਕਿ ਆਸਰਾ, ਆਹਾਰ ਜਾਨੀ ਕਿ ਭੋਜਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਹਾਰ ਦੇ ਕਈ ਅਰਥ ਹੁੰਦੇ ਨੇ, ਭੋਜਨ ਦੇ ਰੂਪ ਦੇ ਵਿੱਚ ਵੀ ਆਉਂਦੇ ਨੇ, ਆਸਰੇ ਦੇ ਰੂਪ ਦੇ ਵਿੱਚ ਵੀ ਆਉਂਦੇ ਨੇ। ਦੇ ਆਹਾਰ ਅਗਨ ਮੈਂ ਰੱਖੈ, ਐਸਾ ਭਾਵ ਇੱਦਾਂ ਦਾ ਪਰਮਾਤਮਾ ਵਾਹਿਗੁਰੂ ਹੈ ਜਿਹੜਾ ਮਾਂ ਦੇ ਗਰਭ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ, ਮਾਂ ਦੇ ਗਰਭ ਦੇ ਵਿੱਚ ਵੀ ਸਾਡੀ ਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵਚਨ ਫਰਮਾਨ ਕੀਤੇ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੁਹ ਤਾਰਨ ਹਾਰੇ। ਗੁਰੂ ਸਾਹਿਬ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਆਇਆ ਸੀ ਤੇ ਤੇਰਾ ਸਿਰਫ ਪਰਮਾਤਮਾ ਸੀ। ਜਦੋਂ ਪਰਮਾਤਮਾ ਹੀ ਸਭ ਕੁਝ ਤੇਰੇ ਵਾਸਤੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਪਰਮਾਤਮਾ ਸਭ ਤੇਰੇ ਵਾਸਤੇ ਸੀ ਤੇ ਤੂੰ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦਾ ਸੀ ਵੀ ਐ ਪਰਮਾਤਮਾ ਵਾਹਿਗੁਰੂ ਤੂੰ ਹੀ ਮੇਰੇ ਵਾਸਤੇ ਸਭ ਕੁਝ ਹੈ, ਤੂੰ ਹੀ ਮੇਰੀ ਰੱਖਿਆ ਕਰਨ ਵਾਲਾ ਹੈ, ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰਾ ਇਸ ਸੰਸਾਰ ਦੇ ਵਿੱਚ ਸਭ ਕੁਝ ਹੈ। ਪਰ ਜਿਵੇਂ ਮਾਂ ਦੇ ਗਰਭ ਦੇ ਵਿੱਚੋਂ ਇਹ ਮਨੁੱਖ ਬਾਹਰ ਆਇਆ, ਜਿਵੇਂ ਜਿਵੇਂ ਇਹਨੇ ਸਵਾਸ ਚੱਲੇ ਨੇ, ਜਿਵੇਂ ਜਿਵੇਂ ਇਹ ਸਾਹ ਲੈ ਕੇ ਇਸ ਸੰਸਾਰ ਦੇ ਵਿੱਚ ਜੀਉਣ ਵਾਸਤੇ ਅਗਾਂਹ ਵਧੇ ਆਏ, ਸਮੇਂ ਦੇ ਗੇੜ ਦੇ ਮੁਤਾਬਕ ਬਚਪਨ ਦੇ ਵਿੱਚ ਪਹੁੰਚਿਆ, ਸਮੇਂ ਦੇ ਗੇੜ ਦੇ ਮੁਤਾਬਕ ਜਵਾਨੀ ਵਿੱਚ ਪਹੁੰਚਿਆ ਤੇ ਸਮੇਂ ਦੇ ਗੇੜ ਦੇ ਮੁਤਾਬਕ ਇਹ ਬੁਢਾਪੇ ਦੇ ਵਿੱਚ ਪਹੁੰਚਿਆ। ਸਮੇਂ ਦੇ ਚੱਕਰ ਦੇ ਵਿੱਚ ਚੱਲਦਾ ਹੋਇਆ ਜਿਵੇਂ ਕੁਦਰਤ ਇਹਨੂੰ ਚਲਾ ਰਹੀ ਹੈ, ਜਿਵੇਂ ਪਰਮਾਤਮਾ ਵਾਹਿਗੁਰੂ ਇਸ ਨੂੰ ਚਲਾ ਰਿਹਾ, ਉਸ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਜਦੋਂ ਦਾ ਮਨੁੱਖ ਆਪਣੇ ਜੀਵਨ ਨੂੰ ਆਰੰਭ ਕਰਦਾ ਏ ਤੇ ਜਦੋਂ ਸੰਸਾਰ ਦੇ ਵਿੱਚ ਆਇਆ ਸੀ ਤੇ ਕਹਿੰਦਾ ਸੀ ਪਰਮਾਤਮਾ ਵਾਹਿਗੁਰੂ ਹੈ, ਪਰ ਜਦੋਂ ਦਾ ਇਸ ਨੇ ਇਸ ਸੰਸਾਰ ਦੇ ਵਿੱਚ ਹੋਸ਼ ਸੰਭਾਲੀ ਹੈ, ਆਪਣੇ ਜੀਵਨ ਦਾ ਨਿਰਵਾਹ ਆਪ ਖੁਦ ਕੀਤਾ ਏ ਤੇ ਮਹਾਰਾਜ ਕਹਿੰਦੇ ਨੇ ਫਿਰ ਉਦੋਂ ਤੋਂ ਕੀ ਹੋਇਆ ਏ, ਧਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰ ਮਾਨ। ਉਦੋਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤੱਕ ਜਿੰਨਾ ਚੱਕਰ ਤੇਰੀ ਜ਼ਿੰਦਗੀ ਦੇ ਵਿੱਚ ਅੰਤ ਨਹੀਂ ਆਉਂਦਾ, ਜਿੰਨਾ ਚੱਕਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸੰਸੋ ਗਾਲੀ ਰੱਬ ਕੀਆਂ। ਜਿੰਨਾ ਚਿਕਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਲਕਤ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤੇਰੀ ਜ਼ਿੰਦਗੀ ਦੇ ਵਿੱਚ ਮੌਤ ਨਹੀਂ ਨਾ ਆਉਂਦੀ, ਉਹਨਾਂ ਚਿਕਰ ਮਨੁੱਖ ਕੀ ਕਰਦਾ ਹੈ, ਧਨ ਦਾਰਾ ਸੰਪਤ ਸਗਲ, ਧਨ ਨੂੰ ਹੀ ਆਪਣਾ ਸਭ ਕੁਝ ਸਮਝਦਾ ਹੈ। ਸੰਪਤ ਜ਼ਮੀਨ ਜਾਇਦਾਦ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਹਮੇਸ਼ਾ ਧਨ ਨੂੰ ਆਪਣਾ ਸਮਝਦਾ ਏ, ਪੁੱਤਰਾਂ ਨੂੰ ਆਪਣਾ ਸਮਝਦਾ ਏ, ਸਾਕ ਸੰਬੰਧੀਆਂ ਨੂੰ ਆਪਣਾ ਸਮਝਦਾ ਏ, ਸੰਪਤ ਆਪਣੀ ਜਾਇਦਾਦ ਨੂੰ ਆਪਣਾ ਸਮਝਦਾ ਏ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਜਦੋਂ ਤੱਕ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਸਭ ਨੂੰ ਆਪਣਾ ਮੰਨ ਕੇ ਸਮਝ ਚੱਲਦਾ ਹੈ, ਜਿੰਨਾ ਚਿਕਰ ਇਹਨਾਂ ਦੇ ਉੱਤੇ ਆਪਣਾ ਅਧਿਕਾਰ ਜਮਾ ਕੇ ਚੱਲਦਾ ਹੈ, ਫਿਰ ਹੁੰਦਾ ਕੀ ਹੈ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਇਹ ਚੀਜ਼ਾਂ ਕੀ ਕਰਦੀਆਂ ਨੇ, ਪਰਮੇਸ਼ਰ ਨੂੰ ਭੁਲਾ ਦਿੰਦੀਆਂ ਨੇ। ਪਰਮੇਸ਼ਰ ਨੂੰ ਕਿਵੇਂ ਭੁਲਾਉਂਦੀਆਂ ਨੇ, ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇਹ ਸ਼ਬਦ ਇਹ ਸ਼ਲੋਕ ਉਚਾਰਨ ਕੀਤਾ ਤੇ ਸਾਡੇ ਸਾਹਮਣੇ ਇੱਕ ਸਵਾਲ ਰੱਖਿਆ ਏ ਵੀ ਜੇ ਤੇਰੇ ਸਾਹਮਣੇ ਧਨ ਵੀ ਹੈ, ਤੇਰੇ ਸਾਹਮਣੇ ਪਰਿਵਾਰ ਵੀ ਹੈ, ਤੇਰੇ ਸਾਹਮਣੇ ਜ਼ਮੀਨ ਜਾਇਦਾਦ ਵੀ ਹੈ, ਮਾਣ ਵਡਿਆਈ ਵੀ ਹੈ, ਇਵੇਂ ਨੂੰ ਇਸ ਚੀਜ਼ ਨੂੰ ਤਿਆਗਣਾ ਕਿਵੇਂ ਹੈ, ਇਸ ਚੀਜ਼ ਨੂੰ ਛੱਡਣਾ ਕਿਵੇਂ ਹੈ, ਇਸ ਚੀਜ਼ ਤੋਂ ਪਰਹੇਜ਼ ਕਿਵੇਂ ਕਰਨਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਉਹ ਚੀਜ਼ ਨੂੰ ਹਮੇਸ਼ਾ ਛੱਡ ਦੇ, ਉਸ ਚੀਜ਼ ਨੂੰ ਹਮੇਸ਼ਾ ਜਲਾ ਦੇ ਜੋ ਪਰਮਾਤਮਾ ਵਾਹਿਗੁਰੂ ਦੇ ਨਾਲੋਂ ਸਾਨੂੰ ਦੂਰ ਕਰਦੀਆਂ ਨੇ। ਤੇ ਜੇ ਦੇਖਿਆ ਜਾਵੇ ਆਮ ਤੌਰ 'ਤੇ ਪਿਛਲੇ ਸਮੇਂ ਦੇ ਵਿੱਚ ਜੋ ਜੋਗੀ ਕਰਦੇ ਸੀ, ਜੋ ਸੰਨਿਆਸੀ ਕਰਦੇ ਸੀ, ਜੋ ਸਿੱਧ ਕਰਦੇ ਸੀ, ਇਹੀ ਕੁਝ ਕਰਦੇ ਸੀ।
ਉਹਨਾਂ ਚੀਜ਼ਾਂ ਨੂੰ ਛੱਡਦੇ ਸੀ ਜੋ ਚੀਜ਼ਾਂ ਉਹਨਾਂ ਨੂੰ ਵਾਰ-ਵਾਰ ਸੰਸਾਰ ਦੇ ਨਾਲ ਜੋੜਦੀਆਂ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪਰਿਵਾਰ, ਇਹ ਸਾਕ ਸੰਬੰਧੀ, ਜ਼ਮੀਨ ਜਾਇਦਾਦ, ਇਹ ਕੀ ਕਰਦੇ ਨੇ? ਇਹ ਸੰਸਾਰ ਦੇ ਨਾਲ ਜੋੜਦੇ ਨੇ। ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਵਾਲੀ ਤੇ ਗੱਲ ਕਹੀ ਨਹੀਂ ਇੱਥੇ ਵੀ ਇਹਨਾਂ ਨੂੰ ਛੱਡਣਾ ਹੀ ਜ਼ਿੰਦਗੀ ਦਾ ਆਧਾਰ ਹੈ, ਇਹਨਾਂ ਨੂੰ ਤਿਆਗਣਾ ਹੀ ਜ਼ਿੰਦਗੀ ਦਾ ਆਧਾਰ ਹੈ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੈ। ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਹੀ ਹੈ ਆਪਣੇ ਆਪ ਨੂੰ ਨਿਰਲੇਪ ਰੱਖਣ ਦੀ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਗੱਲ ਕੀਤੀ ਹੈ ਆਪਣੇ ਆਪ ਨੂੰ ਪਵਿੱਤਰ ਰੱਖਣ ਦੀ। ਤੇ ਜਦੋਂ ਪਵਿੱਤਰ ਰੱਖਣ ਦੀ ਗੱਲ ਆਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਤੇਰੇ ਕੋਲ ਧਨ ਵੀ ਚਾਹੀਦਾ ਹੈ, ਤੇਰੇ ਕੋਲ ਸੰਪਤੀ ਵੀ ਚਾਹੀਦੀ ਹੈ, ਤੇਰੇ ਕੋਲ ਜ਼ਮੀਨ ਜਾਇਦਾਦ ਵੀ ਚਾਹੀਦੀ ਹੈ, ਤੈਨੂੰ ਧੀਆਂ ਪੁੱਤਰ ਵੀ ਚਾਹੀਦੇ ਨੇ, ਸਾਕ ਸੰਬੰਧੀ ਵੀ ਚਾਹੀਦੇ ਨੇ, ਮਾਣ ਵਡਿਆਈਆਂ ਵੀ ਚਾਹੀਦੀਆਂ ਨੇ। ਪਰ ਜੋ ਮਾਣ ਵਡਿਆਈ, ਜੋ ਧਨ ਤੇਰੇ ਤੇ ਰੱਬ ਦੇ ਵਿਚਕਾਰ ਦੂਰੀ ਬਣਾ ਦੇਵੇ, ਜੋ ਤੈਨੂੰ ਉਸ ਪਰਮਾਤਮਾ ਦੇ ਨਾਲੋਂ ਦੂਰ ਕਰ ਦੇਵੇ, ਜਾਲੋਂ ਐਸੀ ਰੀਤ, ਉਸ ਰੀਤ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾਲ ਦੇ, ਉਸ ਰੀਤ ਨੂੰ ਖਤਮ ਕਰ ਦੇ, ਉਸ ਚੀਜ਼ ਨੂੰ ਮਿਟਾ ਦੇ ਜੋ ਤੇਰੇ ਤੇ ਰੱਬ ਦੇ ਦਰਮਿਆਨ ਫਾਸਲਾ ਵਧਾਉਂਦੀ ਹੈ, ਜੋ ਤੇਰੇ ਤੇ ਪਰਮਾਤਮਾ ਦੇ ਦਰਮਿਆਨ ਦੂਰੀ ਬਣਾਉਂਦੀ, ਉਸ ਚੀਜ਼ ਨੂੰ ਛੱਡ ਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲੀ ਚੀਜ਼ ਇਹ ਸਮਝ ਇਹ ਦੂਰੀ ਕਿਵੇਂ ਬਣਾਉਂਦੀਆਂ ਨੇ। ਇਹ ਧਨ, ਇਹ ਜ਼ਮੀਨ ਜਾਇਦਾਦ, ਇਹ ਰੱਬ ਦੇ ਨਾਲੋਂ, ਗੁਰੂ ਦੇ ਨਾਲੋਂ ਕਿਵੇਂ ਦੂਰੀ ਬਣਾਉਂਦੀਆਂ ਨੇ? ਗੁਰੂ ਦੇ ਨਾਲੋਂ ਦੂਰੀ ਉਦੋਂ ਬਣਦੀ ਹੈ ਜਦੋਂ ਇਹ ਚੀਜ਼ਾਂ ਰੱਬ ਦੇ ਵੱਲੋਂ ਦਿੱਤੀਆਂ ਗਈਆਂ ਹੋਣ ਤੇ ਅਸੀਂ ਦਿੱਤੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਦਿੱਤੇ ਹੋਏ ਭੰਡਾਰਿਆਂ ਦੇ ਵਿੱਚੋਂ ਜੋ ਸਾਨੂੰ ਚੀਜ਼ਾਂ ਮਿਲੀਆਂ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵੇ ਅਗਨੰਤ ਭਰੇ ਭੰਡਾਰ, ਉਹਦੇ ਭੰਡਾਰਿਆਂ ਦੇ ਵਿੱਚੋਂ ਮਿਲੀਆਂ ਹੋਈਆਂ ਇਸ ਚੀਜ਼ਾਂ ਨੂੰ ਅਸੀਂ ਲੈ ਕੇ ਦੇਣ ਵਾਲੇ ਨੂੰ ਭੁਲਾ ਦਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਣ ਵਾਲੇ ਨੂੰ ਨਹੀਂ ਭੁਲਾਉਣਾ, ਦੇਣ ਵਾਲੇ ਨੂੰ ਯਾਦ ਰੱਖਣਾ ਹੈ। ਜਦੋਂ ਦੇਣ ਵਾਲੇ ਨੂੰ ਯਾਦ ਰੱਖੇਗਾ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਨ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਇਹਨਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਰੱਬ ਨਹੀਂ ਭੁੱਲਣਾ ਚਾਹੀਦਾ ਹੈ, ਤੈਨੂੰ ਰੱਬ ਵਿਸਰਨਾ ਨਹੀਂ ਚਾਹੀਦਾ ਹੈ। ਕੀ ਹੋਣਾ ਚਾਹੀਦਾ ਹੈ? ਧੀਆਂ ਪੁੱਤਰਾਂ ਨੂੰ ਦੇਖ ਕੇ ਤੈਨੂੰ ਰੱਬ ਚੇਤੇ ਆਉਣਾ ਚਾਹੀਦਾ ਹੈ। ਤੇ ਰੱਬ ਕਿਵੇਂ ਚੇਤੇ ਆਉਣਾ ਚਾਹੀਦਾ ਹੈ? ਐ ਵਾਹਿਗੁਰੂ ਪਰਮਾਤਮਾ ਤੂੰ ਬੜਾ ਬੇਅੰਤ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਵਾਹਿਗੁਰੂ ਪਰਮਾਤਮਾ ਤੂੰ ਕਿੰਨੀ ਬਖਸ਼ਿਸ਼ ਕਰਦਾ ਹੈ, ਪਿਤਾ ਦੇ ਰੂਪ ਦੇ ਵਿੱਚ ਮੇਰੀ ਸੰਭਾਲ ਕਰਦਾ ਹੈ, ਮੇਰਾ ਮਾਰਗਦਰਸ਼ਨ ਕਰਦਾ ਹੈ, ਮੈਨੂੰ ਸਮਝਾਉਂਦਾ ਹੈ, ਤੇ ਮਾਂ ਦੇ ਰੂਪ ਦੇ ਵਿੱਚ ਮੇਰੀ ਪਾਲਣਾ ਪੋਸ਼ਣਾ ਕਰਦਾ ਹੈ, ਭਰਾ ਬਣ ਕੇ ਮੇਰਾ ਆਸਰਾ ਬਣਦਾ ਹੈ, ਭੈਣ ਬਣ ਕੇ ਮੈਨੂੰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਸਰਾ ਦਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧੀਆਂ ਪੁੱਤਰਾਂ ਨੂੰ ਦੇਖ ਕੇ, ਸਾਕ ਸੰਬੰਧੀਆਂ ਨੂੰ ਦੇਖ ਕੇ, ਬਲਕਿ ਤੇਰੇ ਅੰਦਰ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਵਾਹਿਗੁਰੂ ਪਰਮਾਤਮਾ ਤੂੰ ਕਿੱਦਾਂ ਮੇਰੀ ਸੰਭਾਲ ਕਰ ਰਿਹਾ, ਕਿੱਦਾਂ ਮੈਨੂੰ ਪਾਲਣਾ ਕਰ ਰਿਹਾ ਹੈ, ਕਿਵੇਂ ਮੇਰੀ ਹਰ ਵਕਤ ਸਹਾਇਤਾ ਕਰਦਾ ਪਿਆ ਹੈ। ਪਰ ਹੁੰਦਾ ਕੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਜਿਨ ਆਪਣੀ ਕਰਮਾਨ, ਜਿਹੜਾ ਮਨੁੱਖ ਇਹਨੂੰ ਆਪਣੀ ਕਰਕੇ ਮੰਨ ਲੈਂਦਾ ਹੈ, ਜਿਨ ਆਪਣੀ ਕਰਮਾਨ। ਇੱਕ ਸਵਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹੁਣ ਬਾਣੀ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਹੈ, ਜਿਨ ਆਪਣੀ ਕਰਮਾਨ, ਜਿਸ ਨੇ ਆਪਣੀ ਕਰਕੇ ਮੰਨ ਲਿਆ। ਜਦੋਂ ਇਹ ਅਸੀਂ ਵਿਚਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦੇਖਦੇ ਹਾਂ ਨਾ, ਜਿਨ ਆਪਣੀ ਕਰਮਾਨ, ਇਹਦਾ ਮਤਲਬ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਮਨੁੱਖ ਨਹੀਂ ਹੈ ਜਿਹਨੂੰ ਰੱਬ ਨੇ ਇਹ ਚੀਜ਼ਾਂ ਨਾ ਦਿੱਤੀਆਂ ਹੋਣ। ਕਿਉਂਕਿ ਜੇ ਇੱਕ ਅੱਧੇ ਮਨੁੱਖ ਨੂੰ ਦਿੱਤੀ ਹੁੰਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਇੱਕ ਅੱਧੇ ਦਾ ਉਚਾਰਨ ਕਰ ਦੇਣਾ ਸੀ ਵੀ ਕੁਝ ਥੋੜ੍ਹਿਆਂ ਨੂੰ ਇਹ ਰੱਬ ਨੇ ਚੀਜ਼ਾਂ ਦਿੱਤੀਆਂ ਨੇ, ਬਲਕਿ ਸਤਿਗੁਰੂ ਮਹਾਰਾਜ ਕਹਿੰਦੇ ਸਾਰਿਆਂ ਨੂੰ ਧਨ ਦਾਰਾ ਸੰਪਤ ਸਗਲ, ਇਹ ਚੀਜ਼ਾਂ ਸਾਰਿਆਂ ਨੂੰ ਦਿੱਤੀਆਂ ਹੋਈਆਂ ਨੇ। ਪਰ ਉਹਨਾਂ ਵਿੱਚੋਂ ਕੁਝ ਨੇ, ਉਹਨਾਂ ਵਿੱਚੋਂ ਬਹੁਤ ਜਿਹੜੇ ਨੇ ਉਹਨਾਂ ਦੇ ਵਿੱਚ ਥੋੜ੍ਹੇ ਨੇ ਜਿਨ੍ਹਾਂ ਨੇ ਕੀ ਕੀਤਾ? ਜਿਨ ਆਪਣੀ ਕਰਮਾਨ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਆਪਣਾ ਕਰਕੇ ਮੰਨ ਲਿਆ ਹੈ। ਤੇ ਜਿਨ੍ਹਾਂ ਨੇ ਆਪਣਾ ਕਰਕੇ ਮੰਨ ਲਿਆ ਹੈ ਫਿਰ ਹੁੰਦਾ ਕੀ ਹੈ? ਜਦੋਂ ਪਰਿਵਾਰ ਦੇ ਵਿੱਚ ਕੋਈ ਸਾਕ ਸੰਬੰਧੀ ਸਾਥ ਛੱਡ ਕੇ ਜਾਂਦਾ ਹੈ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਵਾਸਤੇ ਰੋਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਾਸਤੇ ਰੋਣਾ ਨਹੀਂ ਹੈ,
ਬਲਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਜੋ ਤੈਨੂੰ ਉਸ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਇੰਨੇ ਸਾਲ ਉਹਦਾ ਸਾਥ ਬਖਸ਼ਿਸ਼ ਕੀਤਾ ਹੈ, ਇੰਨੇ ਸਾਲ ਤੈਨੂੰ ਉਹਦੇ ਨਾਲ ਰਹਿਣ ਦਾ ਮੌਕਾ ਦਿੱਤਾ ਹੈ, ਉਸ ਸਮੇਂ ਦਾ ਧੰਨਵਾਦ ਕਰਨਾ ਹੈ ਜਿਹੜਾ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਉਹਦੇ ਨਾਲ ਬਿਤਾਉਣ ਵਾਸਤੇ ਦਿੱਤਾ ਹੈ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਉਹ ਮਨੁੱਖ ਦੁਨੀਆ ਦੇ ਵਿੱਚ ਜਿਹੜੇ ਇਹਨਾਂ ਚੀਜ਼ਾਂ ਨੂੰ ਆਪਣੀਆਂ ਕਰਕੇ ਮੰਨ ਲੈਂਦੇ ਨੇ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ, ਇਹਨਾਂ ਵਿੱਚੋਂ ਕੋਈ ਵੀ ਤੇਰਾ ਸੰਗੀ ਨਹੀਂ, ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸਾਥ ਨਿਭਾਉਣ ਵਾਲਾ ਨਹੀਂ। ਉਸ ਸਾਚੇ ਦਰਬਾਰ ਮੈਂ ਪੱਲਾ ਨਾ ਪਕੜੈ ਕੋਏ। ਰੱਬ ਦੀ ਦਰਗਾਹ ਦੇ ਵਿੱਚ ਕਿਸੇ ਨੇ ਇਹ ਨਹੀਂ ਕਹਿਣਾ ਵੀ ਵਾਹਿਗੁਰੂ ਪਰਮਾਤਮਾ ਇਹਦੇ ਉੱਤੇ ਮੌਤ ਆਉਣ ਦੀ ਬਜਾਏ ਮੇਰੇ ਉੱਤੇ ਮੌਤ ਆ ਜਾਵੇ, ਇਹਦੇ ਉੱਤੇ ਦੁੱਖ ਆਉਣ ਦੀ ਬਜਾਏ ਸਾਰੇ ਦੁੱਖ ਮੇਰੇ ਉੱਤੇ ਆ ਜਾਣ। ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੱਖ ਦੇ ਦੇ ਅਤੇ ਮੈਨੂੰ ਸਾਰੇ ਇਹਦੀ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਨੇ ਉਹ ਮੈਨੂੰ ਦੇ ਦੇ। ਇਹ ਸਾਚੇ ਦਰਬਾਰ ਮੈਂ, ਉਸ ਸੱਚੇ ਦਰਬਾਰ ਦੇ ਵਿੱਚ ਉਸ ਸਾਚੇ ਦਰਬਾਰ ਨੇ ਪੱਲਾ ਨਾ ਪਕੜੇ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਕਿਸੇ ਨੇ ਇਹੋ ਜਿਹਾ ਪੱਲਾ ਨਹੀਂ ਫੜਨਾ ਵੀ ਵਾਹਿਗੁਰੂ ਪਰਮਾਤਮਾ ਇਹਨੂੰ ਦੁੱਖ ਦੇਣ ਦੀ ਬਜਾਏ ਮੈਨੂੰ ਦੇ ਦੇ। ਬਲਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਉੱਥੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੀ ਆਪਣੀ ਗੱਲ ਚੱਲਣੀ ਆ। ਉੱਥੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉੱਥੇ ਆਪਣੇ ਆਪਣੇ ਕਰਮਾਂ ਦੀ ਗੱਲ ਚੱਲਣੀ ਆ। ਇਸੇ ਕਰਕੇ ਕਹਿੰਦੇ ਨੇ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਹੇ ਭਾਈ, ਇਸ ਗੱਲ ਨੂੰ ਸੱਚ ਕਰਕੇ ਮੰਨ ਲੈ, ਇਸ ਗੱਲ ਨੂੰ ਆਪਣੇ ਪੱਲੇ ਬੰਨ੍ਹ ਲੈ ਵੀ ਦੁਨੀਆ ਦੇ ਵਿੱਚ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਤੇਰਾ ਆਸਰਾ ਬਣਨਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਰੱਬ ਨੂੰ ਹੀ ਆਪਣਾ ਸਭ ਕੁਝ ਮੰਨ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਚੀਜ਼ ਲੈ ਕੇ ਚੱਲ। ਜਦੋਂ ਇਹ ਚੀਜ਼ ਲੈ ਕੇ ਜਾਵੇਂਗਾ, ਉਸ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਆਪਣਾ ਸੰਸਾਰ ਦੇ ਵਿੱਚ ਆਇਆ ਹੋਇਆ ਜੀਵਨ ਤੂੰ ਸਫਲਾ ਕਰੇਗਾ।